ਕਹਾਣੀ ਉਹਨਾਂ तमाम ਲੋਕਾਂ ਦੀ ਜ਼ਿੰਦਗੀ ਨਾਲ ਜੁੜੀ ਹੈ ਜਿਨ੍ਹਾਂ ਨੂੰ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਮਜ਼ਦੂਰੀ ਕਰਨੀ ਪੈਂਦੀ ਹੈ। ਅੱਜ ਦੀ ਜੋ ਕਹਾਣੀ ਤੁਹਾਨੂੰ ਦੱਸਾਂਗੇ ਇਹ ਸੰਗੀਤਾ ਨਾਮ ਦੀ ਲੜਕੀ ਦੀ ਹੈ ਜੋ ਕਿ ਦਿੱਲੀ ਦੀ ਇੱਕ ਬਸਤੀ ਵਿੱਚ ਰਹਿੰਦੀ ਸੀ। ਉਸਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਅਤੇ ਉਸਦੀ ਇੱਕ ਛੋਟੀ ਭੈਣ ਸੀ, ਪਰ ਉਸਦੀ ਛੋਟੀ ਭੈਣ ਅਜੇ ਕਾਫੀ ਛੋਟੀ ਸੀ ਅਤੇ ਸੰਗੀਤਾ ਕਾਫੀ ਪੜ੍ਹ ਲਿਖ ਗਈ ਸੀ। ਉਹ ਨੌਕਰੀ ਵੀ ਕਰਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤਾਂ ਨੂੰ ਦੇਖ ਉਹ ਬਹੁਤ ਦੁਖੀ ਰਹਿੰਦੀ ਅਤੇ ਉਸਦੇ ਪਿਤਾ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਸਨ, ਪਰ ਉਹਨਾਂ ਤੋਂ ਵੀ ਹੁਣ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਅਤੇ ਸੰਗੀਤਾ ਸੋਚਦੀ ਕਿ ਜੇਕਰ ਸਾਡਾ ਕੋਈ ਭਰਾ ਹੁੰਦਾ ਤਾਂ ਸਾਨੂੰ ਇਸ ਤਰ੍ਹਾਂ ਜ਼ਿੰਦਗੀ ਜੀਣ ਲਈ ਸੋਚਣਾ ਨਾ ਪੈਂਦਾ। ਪਰ ਖੈਰ ਜੋ ਰੱਬ ਨੂੰ ਮਨਜ਼ੂਰ। ਸੰਗੀਤਾ ਹਰ ਰੋਜ਼ ਨੌਕਰੀ ਦੀ ਤਲਾਸ਼ ਵਿੱਚ ਜਾਂਦੀ ਰਹਿੰਦੀ ਪਰ ਉਸਦਾ ਕੋਈ ਹੱਲ ਨਾ ਹੋਇਆ। ਇਸੇ ਤਰ੍ਹਾਂ 1 ਸਾਲ ਬੀਤ ਗਿਆ, ਉਸਨੂੰ ਕੋਈ ਵੀ ਨੌਕਰੀ ਨਹੀਂ ਮਿਲੀ ਅਤੇ ਉਹ ਹਮੇਸ਼ਾ ਟੈਨਸ਼ਨ ਵਿੱਚ ਰਹਿਣ ਲੱਗੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੀ ਕਰੇ, ਉਹ ਕਿਵੇਂ ਕਰੇ। ਪਰ ਸੰਗੀਤਾ ਦੀ ਮਾਂ ਨੇ ਆਖਿਆ ਕਿ ਪੁੱਤਰ ਦੇਖ, ਨੌਕਰੀ ਦੇ ਚੱਕਰ ਵਿੱਚ ਤੇਰੀ ਵੀ ਉਮਰ ਲੰਘ ਰਹੀ ਹੈ। ਮੈਂ ਅੱਜ ਹੀ ਤੇਰੇ ਪਿਤਾ ਨਾਲ ਗੱਲ ਕਰਦੀ ਹਾਂ ਅਤੇ ਤੇਰੇ ਲਈ ਕੋਈ ਵਧੀਆ ਜਿਹਾ ਮੁੰਡਾ ਲੱਭ ਕੇ ਅਸੀਂ ਉਸ ਨਾਲ ਤੇਰਾ ਵਿਆਹ ਕਰ ਦੇਵਾਂਗੇ। ਮੁੰਡਾ ਅਸੀਂ ਵਧੀਆ ਲੱਭਾਂਗੇ ਜੋ ਨੌਕਰੀ ਕਰਦਾ ਹੋਵੇ ਅਤੇ ਤੈਨੂੰ ਵੀ ਜ਼ਿੰਦਗੀ ਵਿੱਚ ਖੁਸ਼ ਰੱਖੇ। ਅਤੇ ਨਾਲ ਹੀ ਸੰਗੀਤਾ ਦੀ ਮਾਂ ਨੇ ਉਸਨੂੰ ਆਖਿਆ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਔਖ ਵਿੱਚ ਕੱਟ ਲਈ ਹੈ, ਅਸੀਂ ਨਹੀਂ ਚਾਹੁੰਦੇ ਕਿ ਤੇਰੀ ਜ਼ਿੰਦਗੀ ਵੀ ਇਸ ਤਰ੍ਹਾਂ ਦੀ ਲੰਘੇ। ਜਿਸ ਤੋਂ ਬਾਅਦ ਸੰਗੀਤਾ ਕੁਝ ਨਹੀਂ ਬੋਲੀ ਅਤੇ ਚੁੱਪਚਾਪ ਬੈਠ ਗਈ। ਪਰ ਸੰਗੀਤਾ ਨੇ ਸੋਚਿਆ ਕਿ ਜ਼ਿੰਦਗੀ ਦਾ ਕੁਝ ਨਹੀਂ ਹੋ ਸਕਦਾ ਤੇ ਉਹ ਹਿੰਮਤ ਹਾਰ ਗਈ। ਹੁਣ ਉਸਨੇ ਆਪਣੇ ਪਰਿਵਾਰ ਲਈ ਇੱਕੋ ਚੀਜ਼ ਸੋਚੀ ਕਿ ਜ਼ਿੰਦਗੀ ਵਿੱਚ ਮੇਰੇ ਪਿਤਾ ਨੇ ਇਮਾਨਦਾਰੀ ਨਾਲ ਕੰਮ ਕਰਕੇ ਕੀ ਖੱਟਿਆ ਅਤੇ ਉਹਨਾਂ ਨੇ ਕੀ ਕਰ ਲਿਆ। ਹੁਣ ਮੈਂ ਆਪਣੀ ਜ਼ਿੰਦਗੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਣਾਵਾਂਗੀ, ਇਸ ਲਈ ਚਾਹੇ ਮੈਨੂੰ ਕੁਝ ਗਲਤ ਹੀ ਕਿਉਂ ਨਾ ਕਰਨਾ ਪਵੇ। ਪਰ ਸੰਗੀਤਾ ਨੇ ਜੋ ਫੈਸਲਾ ਲਿਆ ਉਸ ਨੂੰ ਸੁਣ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਹੋ ਜਾਣਾ ਹੈ, ਕਿਉਂਕਿ ਉਹ ਹੁਣ ਗਲਤ ਰਾਹ ਤੇ ਜਾਣਾ ਸਹੀ ਸਮਝਦੀ ਸੀ। ਉਸਨੇ ਲੈ ਇਸ ਫੈਸਲੇ ਤੇ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਪਰ ਉਸਨੇ ਆਪਣੇ ਪਰਿਵਾਰ ਨੂੰ ਝੂਠ ਬੋਲ ਦਿੱਤਾ ਕਿ ਉਸਨੂੰ ਪ੍ਰਾਈਵੇਟ ਨੌਕਰੀ ਮਿਲ ਗਈ ਹੈ। ਪਰ ਉਸਨੇ ਜਿਸਮ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਹਰ ਰੋਜ਼ ਰਾਤ ਨੂੰ ਘਰ ਤੋਂ ਚਲੀ ਜਾਂਦੀ ਅਤੇ ਸਵੇਰ ਘਰ ਆਉਂਦੀ। ਉਸਦੇ ਪਿਤਾ ਸੋਚਦੇ ਰਹਿੰਦੇ ਕਿ ਇਹੋ ਜਿਹਾ ਕਿਹੜਾ ਕੰਮ ਹੈ ਜੋ ਸਾਰੀ ਰਾਤ ਮੇਰੀ ਧੀ ਕੰਮ ਕਰਦੀ ਹੈ। ਪਰ ਇੱਕ ਦਿਨ ਉਸਦੇ ਪਿਤਾ ਨੇ ਸੋਚਿਆ ਕਿ ਮੈਂ ਵੀ ਦੇਖਾਂ ਕਿ ਮੇਰੀ ਧੀ ਕੀ ਕੰਮ ਕਰਦੀ ਹੈ। ਅਗਲੀ ਹੀ ਰਾਤ ਜਦੋਂ ਸੰਗੀਤਾ ਕੰਮ ਤੇ ਜਾਣ ਲੱਗੀ ਤਾਂ ਉਸਦੇ ਪਿਤਾ ਨੇ ਸੰਗੀਤਾ ਦਾ ਪਿੱਛਾ ਕੀਤਾ। ਜਦੋਂ ਥੋੜੀ ਹੀ ਦੂਰ ਸੰਗੀਤਾ ਗਈ ਤਾਂ ਉਸਦੇ ਪਿਤਾ ਨੇ ਦੇਖਿਆ ਕਿ ਉਹਨਾਂ ਦੀ ਬੇਟੀ ਕਿਸੇ ਲੜਕੇ ਦੇ ਨਾਲ ਇੱਕ ਹੋਟਲ ਦੇ ਅੰਦਰ ਜਾ ਰਹੀ ਹੈ ਅਤੇ ਜਿੰਨਾ ਟਾਈਮ ਸੰਗੀਤਾ ਹੋਟਲ ਦੇ ਅੰਦਰ ਰਹੀ ਉਸਦੇ ਪਿਤਾ ਨੇ ਬਾਹਰ ਰੁਕ ਕੇ ਉਸਦਾ ਇੰਤਜ਼ਾਰ ਕੀਤਾ। ਸਵੇਰ ਹੋਣ ਤੇ ਹੀ ਜਦੋਂ ਉਸਦੇ ਪਿਤਾ ਨੇ ਦੇਖਿਆ ਕਿ ਉਹ ਅਜੇ ਤੱਕ ਬਾਹਰ ਨਹੀਂ ਆਈ ਹੈ ਤਾਂ ਉਸਦੇ ਪਿਤਾ ਨੇ ਸੰਗੀਤਾ ਦੇ ਘਰ ਆਉਣ ਤੋਂ ਪਹਿਲਾਂ ਹੀ ਘਰ ਜਾ ਕੇ ਆਤਮ ਹੱਤਿਆ ਕਰ ਲਈ। ਪਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਸਦੇ ਪਿਤਾ ਨੇ ਇੱਕ ਚਿੱਠੀ ਲਿਖੀ ਜਿਸ ਵਿੱਚ ਕਿ ਉਹਨਾਂ ਨੇ ਲਿਖਿਆ ਕਿ ਪੁੱਤਰ, ਤੂੰ ਸਾਨੂੰ ਵਧੀਆ ਜ਼ਿੰਦਗੀ ਦੇਣ ਲਈ ਆਪਣੀ ਇੱਜ਼ਤ ਵੇਚ ਦਿੱਤੀ। ਮੈਂ ਤਾਂ ਆਪਣੀਆਂ ਨਜ਼ਰਾਂ ਵਿੱਚ ਆਪ ਹੀ ਗਿਰ ਗਿਆ ਅਤੇ ਤੁਹਾਨੂੰ ਵਧੀਆ ਜ਼ਿੰਦਗੀ ਨਹੀਂ ਦੇ ਸਕਿਆ। ਤੈਨੂੰ ਇਸ ਤਰ੍ਹਾਂ ਦਾ ਕੰਮ ਕਰਦੇ ਦੇਖ ਮੈਥੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ, ਇਸ ਲਈ ਮੈਂ ਇਹ ਕਦਮ ਚੁੱਕ ਲਿਆ। ਪਰ ਤੂੰ ਮੇਰੇ ਮਰਨ ਤੋਂ ਬਾਅਦ ਇਹ ਕੰਮ ਨਹੀਂ ਕਰੇਂਗੀ। ਪੁੱਤਰ, ਘੱਟ ਖਾ ਲਵੋ ਪਰ ਮਿਹਨਤ ਕਰਕੇ ਖਾਣਾ ਕੋਈ ਮਾੜੀ ਗੱਲ ਨਹੀਂ ਹੈ। ਅਤੇ ਆਪਣੇ ਪਿਤਾ ਵੱਲੋਂ ਲਿਖੀ ਇਸ ਚਿੱਠੀ ਨੂੰ ਪੜ੍ਹ ਕੇ ਸੰਗੀਤਾ ਬਹੁਤ ਰੋਈ ਅਤੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਨੂੰ ਕੀ ਹੋ ਗਿਆ ਸੀ, ਮੈਂ ਕਿਹੋ ਜਿਹੇ ਰਾਹ ਤੇ ਚੱਲ ਪਈ। ਜਿਸ ਤੋਂ ਬਾਅਦ ਸੰਗੀਤਾ ਦੇ ਪੂਰੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ, ਪਰ ਉਸਦੇ ਪਰਿਵਾਰ ਨੇ ਉਸਨੂੰ ਕੁਝ ਵੀ ਨਹੀਂ ਆਖਿਆ ਅਤੇ ਉਸਨੂੰ ਕਿਹਾ ਕਿ ਤੂੰ ਆਪਣੇ ਪਿਤਾ ਦੀ ਤਰ੍ਹਾਂ ਮਿਹਨਤ ਕਰਕੇ ਹੀ ਕੰਮ ਕਰ। ਅਸੀਂ ਜਿੱਦਾਂ ਦੀ ਜ਼ਿੰਦਗੀ ਹੈ ਉਸ ਤਰ੍ਹਾਂ ਹੀ ਜੀ ਲਵਾਂਗੇ। ਸਾਨੂੰ ਨਹੀਂ ਚਾਹੀਦੀ ਐਸ਼ ਔਰ ਆਰਾਮ, ਅਸੀਂ ਮਿਹਨਤ ਕਰਕੇ ਹੀ ਖਾਵਾਂਗੇ। ਸੰਗੀਤਾ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਦਾ ਹੀ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਮਿਹਨਤ ਕਰਨ ਲੱਗੀ। ਸੋ ਦੋਸਤੋ, ਇਹ ਤਾਂ ਪਤਾ ਹੈ ਸਾਡੀਆਂ ਸਰਕਾਰਾਂ ਮਾੜੀਆਂ ਨੇ, ਕਿਉਂਕਿ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਲੋਕ ਮਜ਼ਦੂਰੀ ਕਰ ਰਹੇ ਨੇ ਜਾਂ ਫਿਰ ਗਲਤ ਰਾਹ ਤੇ ਤੁਰ ਪਏ ਨੇ। ਪਰ ਜੋ ਵੀ ਹੈ, ਸੰਗੀਤਾ ਦੇ ਪਿਤਾ ਨੇ ਤਾਂ ਸੰਗੀਤਾ ਨੂੰ ਗਲਤ ਰਾਹ ਤੋਂ ਮੋੜ ਲਿਆ
ਪਰ ਦੋਸਤੋ, ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਕੋਈ ਕਦਮ ਨਾ ਚੁੱਕੋ ਕਿ ਤੁਹਾਨੂੰ ਵੀ ਸੰਗੀਤਾ ਦੀ ਤਰ੍ਹਾਂ ਕੋਈ ਆਪਣਾ ਨਾ ਖੋਣਾ ਪਵੇ। ਅੱਜ ਦੀ ਇਹ ਕਹਾਣੀ ਕਿੱਦਾਂ ਦੀ ਲੱਗੀ, ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।